ਸਤਨਾਮ ਸ੍ਰੀ ਵਾਹਿਗੁਰੂ ਜੀ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ। ਸਹਸ 18 ਕਹਿਣ ਕਤੇਬਾ ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ ਸੰਧਿਆ ਸਮੇਂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਦਾ ਪਾਠ, ਇਲਾਹੀ ਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਬਹੁਤ ਪ੍ਰੇਮ ਦੇ ਨਾਲ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਕਈ ਪ੍ਰੇਮੀ ਅਕਸਰ ਪੁੱਛ ਲੈਂਦੇ ਹਨ, ਗੁਰਬਾਣੀ ਦੇ ਪਾਠ ਦਾ ਕੀ ਮਹਾਤਮ ਹੈ, ਗੁਰਬਾਣੀ ਦੇ ਕੀਰਤਨ ਦਾ ਕਿਤਨਾ ਕੁ ਫਲ ਹੈ, ਗੁਰਬਾਣੀ ਦੀ ਕਥਾ ਵਿਚਾਰ ਸੁਣਨ ਦਾ ਸਾਨੂੰ ਕਿੰਨਾ ਕੁ ਲਾਭ ਹੈ। ਕਲਗੀਧਰ ਪਾਤਸ਼ਾਹ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਬਿਰਾਜਮਾਨ ਹਨ। ਦੀਵਾਨ ਸਜਿਆ। ਗ੍ਰੰਥੀ ਸਿੰਘ ਨੇ ਆ ਕੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਐ ਗਰੀਬ ਨਵਾਜ ਸਤਿਗੁਰੂ ਜੀਓ, ਮੈਨੂੰ ਕਿਰਪਾ ਕਰਕੇ ਇਹ ਦੱਸੋ, ਗੁਰਬਾਣੀ ਦੇ ਪਾਠ ਦਾ ਕੀ ਮਹਾਤਮ ਹੈ। ਤਾਂ ਚੋਜੀ ਪਾਤਸ਼ਾਹ ਨੇ ਆਖਿਆ, ਗੁਰਬਾਣੀ ਦਾ ਪਾਠ ਕਰਕੇ ਸੁਣਾਉਣਾ ਇਹਦਾ ਵੀ ਬਹੁਤ ਵੱਡਾ ਮਹਾਤਮ ਹੈ। ਜਿਵੇਂ ਕਿਸੇ ਭੁੱਖੇ ਨੂੰ ਚਬੀਣੀ ਦਾ ਪ੍ਰਸ਼ਾਦ ਵਰਤਾਇਆ ਜਾਵੇ, ਉਹਨੂੰ ਕੁਝ ਨਾ ਕੁਝ ਤੇ ਧਰਵਾਸ ਹੋ ਹੀ ਜਾਂਦਾ ਹੈ। ਚਬੀਣੀ ਤੋਂ ਮੁਰਾਦ ਹੈ ਉਹ ਪ੍ਰਸ਼ਾਦ ਜਿਹਨੂੰ ਦੰਦ ਜਬਾੜਿਆਂ ਦੇ ਨਾਲ ਚਿੱਥ ਕੇ ਛਕਿਆ ਜਾਂਦਾ ਹੈ। ਜਿਵੇਂ ਆਮ ਤੌਰ ਤੇ ਘੁੰਗਣੀਆਂ ਦਾ ਪ੍ਰਸ਼ਾਦ ਜਾਂ ਕੋਈ ਹੋਰ ਸੁੱਕਾ ਪ੍ਰਸ਼ਾਦ ਹੁੰਦਾ ਹੈ,
ਉਹਨੂੰ ਚਬੀਣੀ ਕਹਿੰਦੇ ਹਨ। ਕਲਗੀਧਰ ਪਾਤਸ਼ਾਹ ਨੇ ਗ੍ਰੰਥੀ ਸਿੰਘ ਨੂੰ ਆਖਿਆ, ਗੁਰਬਾਣੀ ਦਾ ਪਾਠ ਕਰਕੇ ਸੁਣਾਉਣਾ ਇਹ ਚਬੀਣੀ ਦਾ ਪ੍ਰਸ਼ਾਦ ਹੈ। ਫਿਰ ਨਾਲ ਹੀ ਰਾਗੀ ਸਿੰਘ ਉੱਠ ਕੇ ਖੜਾ ਹੋਇਆ। ਉਹ ਕਹਿਣ ਲੱਗਾ, ਸੱਚੇ ਪਾਤਸ਼ਾਹ ਕੀਰਤਨ ਦਾ ਵੀ ਮਹਾਤਮ ਦੱਸੋ। ਤਾਂ ਚੋਜੀ ਪਾਤਸ਼ਾਹ ਨੇ ਆਖਿਆ, ਜੋ ਗੁਰਬਾਣੀ ਦਾ ਕੀਰਤਨ ਹੈ, ਕੀਰਤਨ ਨਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਇਹ 3 ਮੇਲ ਦਾ ਕੜਾ ਪ੍ਰਸ਼ਾਦ ਹੈ। ਠੀਕ ਹੈ, ਘੁੰਗਣੀਆਂ ਦਾ ਪ੍ਰਸ਼ਾਦ ਵੀ ਕੁਝ ਨਾ ਕੁਝ ਖਾਣ ਵਾਲੇ ਨੂੰ ਸੰਤੁਸ਼ਟੀ ਪ੍ਰਦਾਨ ਕਰਦਾ ਹੈ, ਪਰ ਜੇ ਕਿਸੇ ਨੂੰ 3 ਮੇਲ ਦਾ ਕੜਾ ਪ੍ਰਸ਼ਾਦ ਮਿਲ ਜਾਵੇ, ਕਿਉਂਕਿ ਸਾਡੇ ਗੁਰੂ ਘਰ ਦੀ ਅਕਸਰ ਮਰਜ਼ਾਦਾ ਹੈ, ਗੁਰੂ ਘਰਾਂ ਦੇ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹੀ ਬਣਦੀ ਹੈ। ਚਲੋ ਕਿਸੇ ਵਕਤ ਸੁੱਕਾ ਪ੍ਰਸ਼ਾਦ ਵੀ ਵਰਤਾਇਆ ਜਾਂਦਾ ਹੈ। ਹਜ਼ੂਰ ਕਹਿਣ ਲੱਗੇ, ਗੁਰਬਾਣੀ ਦਾ ਕੀਰਤਨ 3 ਮੇਲ ਦਾ ਕੜਾ ਪ੍ਰਸ਼ਾਦ ਹੈ। ਨਾਲ ਹੀ ਇੱਕ ਸਿੰਘ ਉੱਠ ਕੇ ਖੜਾ ਹੋਇਆ, ਕਹਿਣ ਲੱਗਾ, ਸੱਚੇ ਪਾਤਸ਼ਾਹ ਹੁਣ ਕਥਾ ਦਾ ਵੀ ਮਹਾਤਮ ਦੱਸ ਦਿਓ। ਤਾਂ ਚੋਜੀ ਪਾਤਸ਼ਾਹ ਜੀ ਨੇ ਆਖਿਆ, ਖਾਲਸਾ ਜੀ, ਗੁਰਬਾਣੀ ਦੀ ਕਥਾ ਸੁੰਦਰ ਪਕਵਾਨ ਹੈ। ਪਕਵਾਨ ਕਹਿੰਦੇ ਨੇ ਪੱਕੇ ਭੋਜਨ ਨੂੰ, ਪੱਕੇ ਭੰਡਾਰੇ ਨੂੰ। ਪੱਕਾ ਭੋਜਨ ਕਹਿੰਦੇ ਨੇ ਮਠਿਆਈ ਨੂੰ। ਹਜ਼ੂਰ ਕਹਿੰਦੇ ਨੇ ਗੁਰਬਾਣੀ ਦੀ ਕਥਾ ਸੁੰਦਰ ਪਕਵਾਨ ਹੈ, ਸੋਹਣੀ ਮਠਿਆਈ ਹੈ। ਕੋਈ ਖਾਸ ਸਮੇਂ 'ਤੇ ਲੋਕ ਮਠਿਆਈ ਬਣਾਉਂਦੇ ਸਨ। ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ, ਕੋਈ ਗੁਰਪੁਰਬ ਦਾ ਸਮਾਗਮ ਹੋਵੇ, ਕੋਈ ਹੋਰ ਖੁਸ਼ੀ ਦਾ ਕੋਈ ਤਿਉਹਾਰ ਹੋਵੇ, ਉਸ ਵੇਲੇ ਲੋਕ ਮਠਿਆਈ ਖਾਂਦੇ ਹਨ। ਹਜ਼ੂਰ ਕਹਿੰਦੇ ਨੇ ਗੁਰਬਾਣੀ ਦੀ ਕਥਾ ਸੁੰਦਰ ਪਕਵਾਨ ਹੈ। ਇਹ ਕਹਿਣ ਦਾ ਮਤਲਬ ਇਹ ਸੀ, ਗੁਰਬਾਣੀ ਇੱਕ ਰੂਹਾਨੀ ਭੋਜਨ ਹੈ। ਜਦੋਂ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ, ਇਹਦੇ ਨਾਲ ਕੁਝ ਨਾ ਕੁਝ ਸਾਡੀ ਰੂਹ ਨੂੰ, ਸਾਡੀ ਆਤਮਾ ਨੂੰ ਧਰਵਾਸ ਮਿਲਦਾ ਹੈ। ਇਹ ਗੱਲ ਤੁਸੀਂ ਪ੍ਰੈਕਟੀਕਲ ਕਰਕੇ ਵੀ ਮਹਿਸੂਸ ਕਰ ਸਕਦੇ ਹੋ। ਅੰਮ੍ਰਿਤ ਵੇਲੇ ਉੱਠ ਕੇ ਤੁਸੀਂ ਪਾਠ ਕਰੋ, ਪਾਠ ਕਰਨ ਤੋਂ ਬਾਅਦ ਅਰਦਾਸ ਕਰੋ, ਫਿਰ ਆਪਣੇ ਕੰਮ 'ਤੇ ਜਾਓ। ਸਾਰੀ ਦਿਹਾੜੀ ਤੁਹਾਡੀ ਬੜੀ ਚੰਗੀ ਨਿਕਲੇਗੀ। ਕੰਮ ਕਾਜ ਦੇ ਵਿੱਚ ਵੀ ਤੁਹਾਡਾ ਮਨ ਅੱਛੀ ਤਰ੍ਹਾਂ ਲੱਗੇਗਾ, ਮੁਨਾਫਾ ਵੀ ਚੰਗਾ ਹੋਵੇਗਾ। ਤੇ ਜਿਸ ਦਿਨ ਤੁਸੀਂ ਪਾਠ ਨਾ ਕੀਤਾ ਹੋਵੇ, ਕਾਹਲੀ ਕਾਹਲੀ ਵਿੱਚ ਜਾਓ, ਸਾਰਾ ਦਿਨ ਹੀ ਬੇਚੈਨੀ ਰਹੇਗੀ। ਗੁਰਬਾਣੀ ਦੇ ਪਾਠ ਦਾ ਵੀ ਮਹਾਤਮ ਹੈ। ਇਹ ਸਾਡੀ ਰੂਹ ਨੂੰ ਕੁਝ ਸਮੇਂ ਲਈ ਆਧਾਰ ਬਖਸ਼ਿਸ਼ ਕਰਦਾ ਹੈ। ਹੁਣ ਦੇ ਹਿਸਾਬ ਦੇ ਨਾਲ ਗੁਰਬਾਣੀ ਦਾ ਪਾਠ ਇਹ ਬ੍ਰੇਕਫਾਸਟ ਹੈ। ਸਵੇਰੇ ਤੁਸੀਂ ਬ੍ਰੇਕਫਾਸਟ ਲੈਂਦੇ ਹੋ, ਫਿਰ ਕੁਝ ਸਮਾਂ ਤੁਹਾਨੂੰ ਕੁਝ ਹੋਰ ਖਾਣ ਪੀਣ ਦੀ ਲੋੜ ਨਹੀਂ ਰਹਿ ਜਾਂਦੀ। ਗੁਰਬਾਣੀ ਦਾ ਕੀਰਤਨ ਇਹ ਵੀ ਇੱਕ ਰੂਹਾਨੀ ਭੋਜਨ ਹੈ, ਪਰ ਕੀਰਤਨ ਪਾਠ ਦੇ ਨਾਲੋਂ ਵਧੇਰੇ ਸਾਡੀ ਰੂਹ ਨੂੰ ਤ੍ਰਿਪਤੀ ਪ੍ਰਦਾਨ ਕਰਦਾ ਹੈ। ਜਿਵੇਂ ਕਿਸੇ ਭੁੱਖੇ ਨੂੰ ਕੜਾ ਪ੍ਰਸ਼ਾਦ ਮਿਲ ਜਾਂਦਾ ਹੈ ਤੇ ਆਦਮੀ ਬੜਾ ਖੁਸ਼ ਹੋ ਕੇ ਛਕਦਾ ਹੈ। ਪੁਰਾਣੇ ਸਮੇਂ ਦੇ ਅੰਦਰ ਕਦੇ ਕਦੇ ਦੇਸੀ ਘਿਓ ਦਾ ਪ੍ਰਸ਼ਾਦ ਬਣਦਾ ਸੀ। ਹੁਣ ਤੇ ਭਾਵੇਂ ਸਮਾਂ ਕੁਛ ਹੋਰ ਹੈ, ਸਾਨੂੰ ਕਈ ਬਿਮਾਰੀਆਂ ਲੱਗ ਗਈਆਂ ਨੇ, ਕੋਈ ਡਾਕਟਰਾਂ ਨੇ ਸਾਨੂੰ ਮਨ੍ਹਾ ਕੀਤਾ ਹੋਇਆ ਹੈ, ਅਸੀਂ ਪ੍ਰਸ਼ਾਦ ਵੀ ਥੋੜ੍ਹਾ ਛਕਦੇ ਹਾਂ।
ਪਰ ਪਹਿਲੇ ਸਮੇਂ ਦੇ ਵਿੱਚ ਦੇਖਿਆ ਬਜ਼ੁਰਗ ਬੜੀ ਖੁਸ਼ੀ ਦੇ ਨਾਲ ਰੱਜ ਰੱਜ ਕੇ ਪ੍ਰਸ਼ਾਦ ਛਕਦੇ ਸਨ, ਕਿਉਂਕਿ ਨਾਲ ਉਹ ਕੰਮ ਵੀ ਕਰਦੇ ਸਨ, ਐਕਸਰਸਾਈਜ਼ ਵੀ ਕਰਦੇ ਸਨ। ਔਰ ਕੜਾਹ ਪ੍ਰਸ਼ਾਦ ਛਕਣ ਤੋਂ ਬਾਅਦ ਫਿਰ ਕਾਫੀ ਦੇਰ ਭੁੱਖ ਨਹੀਂ ਸੀ ਲੱਗਦੀ। ਇਸੇ ਲਈ ਹਜ਼ੂਰ ਨੇ ਆਖਿਆ ਸੀ, ਖਾਲਸਾ ਜੀ ਗੁਰਬਾਣੀ ਦਾ ਪਾਠ ਇਹ ਰੂਹਾਨੀ ਖੁਰਾਕ ਹੈ, ਇਹ ਚਬੀਣੀ ਦਾ ਪ੍ਰਸ਼ਾਦ ਹੈ, ਇਹ ਬ੍ਰੇਕਫਾਸਟ ਹੈ। ਪਰ ਜੋ ਗੁਰਬਾਣੀ ਦਾ ਕੀਰਤਨ ਹੈ ਇਹ 3 ਮੇਲ ਦਾ ਕੜਾਹ ਪ੍ਰਸ਼ਾਦ ਹੈ। ਇਹਦੇ ਨਾਲ ਰੂਹ ਨੂੰ ਤ੍ਰਿਪਤੀ ਵੀ ਮਿਲਦੀ ਹੈ ਤੇ ਨਾਲ ਖੁਸ਼ੀ ਵੀ ਪ੍ਰਾਪਤ ਹੁੰਦੀ ਹੈ। ਤੀਸਰੇ ਨੰਬਰ ਤੇ ਸਤਿਗੁਰੂ ਨੇ ਆਖਿਆ, ਗੁਰਬਾਣੀ ਦੀ ਕਥਾ ਇਹ ਸੁੰਦਰ ਪਕਵਾਨ ਹੈ। ਪਕਵਾਨ ਤੋਂ ਮੁਰਾਦ ਹੈ ਪੱਕੇ ਭੋਜਨ ਦੀ, ਮਠਿਆਈ ਦੀ। ਜਦੋਂ ਅਸੀਂ ਗੁਰਬਾਣੀ ਦੀ ਕਥਾ ਸੁਣਦੇ ਹਾਂ ਔਰ ਇੱਕ ਇੱਕ ਸ਼ਬਦ ਦਾ ਅਰਥ ਧਿਆਨ ਦੇ ਨਾਲ ਸੁਣਦੇ ਹਾਂ ਤਾਂ ਉਹਦਾ ਸਵਾਦ ਮਠਿਆਈ ਵਰਗਾ ਹੁੰਦਾ ਹੈ। ਹੁਣ ਜਦੋਂ ਕਦੇ ਕਦੇ ਮਠਿਆਈ ਖਾਣ ਨੂੰ ਮਿਲੇ ਤੇ ਬਹੁਤ ਸਵਾਦਿਸ਼ਟ ਲੱਗਦੀ ਹੈ, ਪਰ ਜੇ ਰੋਜ਼ ਹੀ ਖਾਣ ਨੂੰ ਮਿਲ ਜਾਵੇ ਫਿਰ ਕਈ ਵਾਰੀ ਮੂੰਹ ਮੁੜ ਵੀ ਜਾਂਦਾ ਹੈ। ਪਰ ਸਤਿਗੁਰੂ ਦੀ ਪਵਿੱਤਰ ਬਾਣੀ ਐਸਾ ਪਕਵਾਨ ਹੈ, ਜਿਵੇਂ ਜਿਵੇਂ ਇਸ ਨੂੰ ਖਾਧਾ ਜਾਵੇ, ਛਕਿਆ ਜਾਵੇ, ਸੁਣਿਆ ਜਾਵੇ, ਵਿਚਾਰਿਆ ਜਾਵੇ, ਉਵੇਂ ਹੀ ਵਧੇਰੇ ਸਵਾਦ, ਵਧੇਰੇ ਆਨੰਦ ਸਾਨੂੰ ਪ੍ਰਾਪਤ ਹੁੰਦਾ ਹੈ। ਸਤਿਗੁਰੂ ਦੀ ਅਪਾਰ ਬਖਸ਼ਿਸ਼ ਹੋ ਰਹੀ ਹੈ। ਆਪ ਸੰਗਤਾਂ ਰੋਜ਼ਾਨਾ ਕਥਾ ਦਾ ਪਕਵਾਨ ਛਕ ਰਹੇ ਹੋ। ਗੁਰਬਾਣੀ ਦੀ ਕਥਾ ਸਰਵਣ ਕਰਕੇ ਆਪਣੇ ਰੂਹ ਨੂੰ ਤ੍ਰਿਪਤ ਵੀ ਕਰ ਰਹੇ ਹੋ ਤੇ ਰੂਹ ਨੂੰ ਤਾਜ਼ਗੀ ਤੇ ਖੁਸ਼ੀ ਵੀ ਪ੍ਰਦਾਨ ਕਰਦੇ ਹੋ, ਕਿਉਂਕਿ ਸਤਿਗੁਰੂ ਦੀ ਬਾਣੀ ਦੇ ਵਿੱਚ ਇੱਕ ਐਸੀ ਬਰਕਤ ਹੈ। ਗੁਰਬਾਣੀ ਪੜ੍ਹਨ ਦੇ ਨਾਲ ਵੀ, ਗੁਰਬਾਣੀ ਸੁਣਨ ਦੇ ਨਾਲ ਵੀ, ਗੁਰਬਾਣੀ ਦੇ ਕੀਰਤਨ ਨਾਲ ਵੀ, ਗੁਰਬਾਣੀ ਦੀ ਕਥਾ ਦੇ ਨਾਲ ਵੀ ਸਾਡੇ ਮਨ ਨੂੰ ਸੰਤੁਸ਼ਟੀ ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਾਹਰ ਪੀਰ ਜਗਤ ਗੁਰ ਬਾਬਾ, ਸਤਿਗੁਰੂ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਜੀ ਦੀ ਕਥਾ ਆਰੰਭ ਹੈ। 21 ਪੌੜੀਆਂ ਦੀ ਕਥਾ ਵਿਚਾਰ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਹੁਣ ਅੱਗੇ 22ਵੀਂ ਪੌੜੀ ਦੀ ਕਥਾ ਆਰੰਭ ਹੋਣ ਲੱਗੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਅੰਦਰ ਗੁਰਸਿੱਖਾਂ ਨੇ ਸਵਾਲ ਕੀਤਾ, ਐ ਗਰੀਬ ਨਵਾਜ ਸਤਿਗੁਰੂ ਜੀਓ, ਜਦੋਂ ਅਸੀਂ ਹਿੰਦੂ ਧਰਮ ਦੇ ਸ਼ਾਸਤਰਾਂ ਨੂੰ ਪੜ੍ਹਦੇ ਹਾਂ, ਇਸਲਾਮ ਦੇ ਧਾਰਮਿਕ ਪੁਸਤਕਾਂ ਨੂੰ ਪੜ੍ਹਦੇ ਹਾਂ, ਤਾਂ ਉਹਦੇ ਵਿੱਚ ਸ੍ਰਿਸ਼ਟੀ ਰਚਨਾ ਦੇ ਬਾਰੇ ਵੀ ਕਾਫੀ ਕੁਝ ਲਿਖਿਆ ਮਿਲਦਾ ਹੈ। ਅਸਾਂ ਸੁਣਿਆ ਹੈ ਹਿੰਦੂ ਤੇ ਇਸਲਾਮ ਦੇ ਧਰਮ ਗ੍ਰੰਥਾਂ ਦੇ ਵਿੱਚ 14 ਤਬਕਾਂ ਦਾ ਜ਼ਿਕਰ ਹੈ। 7 ਪਾਤਾਲ ਤੇ 7 ਆਕਾਸ਼ਾਂ ਦਾ ਜ਼ਿਕਰ ਮਿਲਦਾ ਹੈ। ਆਪ ਜੀ ਦਾ ਇਹਦੇ ਬਾਰੇ ਕੀ ਖਿਆਲ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਦੇ ਜਵਾਬ ਦੇ ਅੰਦਰ ਇਹ ਪਾਵਨ ਪਵਿੱਤਰ 22ਵੀਂ ਪੌੜੀ ਉਚਾਰਨ ਕੀਤੀ ਹੈ। ਲੋ ਆਪ ਸੰਗਤਾਂ ਇਸ ਪਾਵਨ ਬਾਣੀ ਦੀ ਕਥਾ ਵਿਚਾਰ ਵੀ ਸਰਵਣ ਕਰੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਜੀ। ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਨੂੰ ਇਸ ਗੱਲ ਦਾ ਜਵਾਬ ਦਿੰਦੇ ਹਨ, ਪਾਤਾਲਾਂ ਪਾਤਾਲ ਲੱਖ, ਵਿਸਰਾਮ ਲੱਖ ਤੇ ਲਾਉਣਾ ਹੈ, ਯਾਦ ਰੱਖਿਓ। ਪਾਤਾਲਾਂ ਪਾਤਾਲ ਲੱਖ। ਹਜ਼ੂਰ ਕਹਿੰਦੇ ਨੇ ਪਾਤਾਲ ਕੇਵਲ 7 ਹੀ ਨਹੀਂ,
ਜਿਹੜਾ ਪਾਤਾਲ ਸ਼ਬਦ ਹੈ, ਪਾਤਾਲ ਪੈਰਾਂ ਦੇ ਤਲੇ, ਹੇਠਲੇ ਪਾਸੇ ਜਿਹੜਾ ਲੋਕ ਹੈ ਉਹਨੂੰ ਪਾਤਾਲ ਕਹਿੰਦੇ ਨੇ। ਆਕਾਸ਼ ਜਿਹੜਾ ਉੱਪਰਲੇ ਪਾਸੇ ਉਸ ਨੂੰ ਆਕਾਸ਼ ਕਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਪਾਤਾਲਾਂ ਪਾਤਾਲ ਲਖ, ਗੁਰਮੁਖੋ ਪਾਤਾਲ ਸੱਤ ਹੀ ਨਹੀਂ, ਇੱਕ ਪਾਤਾਲ ਦੇ ਹੇਠਾਂ ਹੋਰ ਲੱਖਾਂ ਹੀ ਪਾਤਾਲ ਨੇ। ਇਸ ਦੇ ਨਾਲ ਹੀ ਆਗਾਸਾਂ ਆਗਾਸ, ਜਿਹੜਾ ਲਖ ਸ਼ਬਦ ਹੈ ਦੇਲੀ ਦੀਪਕ ਹੈ। ਅਰਥ ਲਈ ਇਹਨੂੰ ਦੋਵੇਂ ਪਾਸੇ ਵਰਤਣਾ ਹੈ, ਪਰ ਇਹਦਾ ਵਿਸਰਾਮ ਲਖ ਤੇ ਹੀ ਆਉਣਾ ਹੈ। ਆਗਾਸਾਂ ਆਗਾਸ, ਹਜ਼ੂਰ ਕਹਿੰਦੇ ਆਕਾਸ਼ ਤੋਂ ਉੱਤੇ ਹੋਰ ਵੀ ਲੱਖਾਂ ਆਕਾਸ਼ ਨੇ। ਪਿੱਛੇ ਵੀ ਸਤਿਗੁਰੂ ਮਹਾਰਾਜ ਨੇ ਸੰਕੇਤ ਦਿੱਤਾ ਸੀ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਪਾਰ ਤਲੈ ਕਵਣ ਜੋਰ। ਧਰਤੀ ਇੱਕ ਹੀ ਨਹੀਂ, ਧਰਤੀ ਤੋਂ ਪਰੇ ਹੋਰ ਧਰਤੀ ਹੈ, ਹੋਰ ਧਰਤੀ ਹੈ, ਬੇਅੰਤ ਧਰਤੀਆਂ ਨੇ, ਕੋਈ ਸ਼ੁਮਾਰ ਨਹੀਂ ਹੈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਗਦਾਦ ਸ਼ਹਿਰ ਦੇ ਵਿੱਚ ਗਏ ਔਰ ਉੱਥੇ ਅੰਮ੍ਰਿਤ ਵੇਲੇ ਉੱਠ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਬਾਣੀ ਦਾ ਪਾਠ ਕੀਤਾ। ਇੱਕ ਬਗਦਾਦ ਸ਼ਹਿਰ ਦੇ ਵਿੱਚ ਮੁਸਲਮਾਨ ਪੀਰ ਵੀ ਰਹਿੰਦਾ ਸੀ, ਜਿਸ ਦਾ ਨਾਮ ਇਤਿਹਾਸ ਦੇ ਵਿੱਚ ਦਸਤਗੀਰ ਪੀਰ ਲਿਖਿਆ ਹੈ। ਇਹਦਾ ਇੱਕ ਮੁਰੀਦ ਅਚਾਨਕ ਬਾਹਰ ਕਿਸੇ ਕਿਰਿਆ ਕਰਮ ਦੇ ਲਈ ਆਇਆ। ਜਦੋਂ ਇਸ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਮੁਖਾਰ ਬਿੰਦ ਤੋਂ ਇਹ ਬਾਣੀ ਸੁਣੀ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਉਹਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਈ। ਮਨ ਵਿੱਚ ਸੋਚਣ ਲੱਗਿਆ, ਮੈਂ ਤੇ ਪੀਰ ਸਾਹਿਬ ਜੀ ਤੋਂ ਇਹ ਸੁਣਿਆ ਸੀ ਕੇਵਲ 7 ਹੀ ਪਾਤਾਲ ਨੇ ਤੇ 7 ਆਕਾਸ਼ ਨੇ, ਸਾਰੇ 14 ਹੀ ਤਬਕ ਨੇ। ਪਰ ਇਹ ਜਿਹੜਾ ਫਕੀਰ ਹੈ, ਇਹ ਮਹਾਂਪੁਰਖ ਹੈ, ਕਿੱਡਾ ਵੱਡਾ ਕੁਫਰ ਬੋਲ ਰਿਹਾ ਹੈ, ਕਿੱਡਾ ਵੱਡਾ ਝੂਠ ਬੋਲ ਰਿਹਾ ਹੈ। ਇਹ ਕਹਿੰਦਾ ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਬਈ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਨੇ। ਕੁਛ ਦੇਰ ਤੱਕ ਸੋਚਦਾ ਰਿਹਾ, ਪਰ ਹੁਣ ਜੁਰਤ ਨਾ ਪਈ ਬਈ ਗੁਰੂ ਮਹਾਰਾਜ ਦੇ ਸਾਹਮਣੇ ਜਾ ਕੇ ਕੋਈ ਸਵਾਲ ਜਵਾਬ ਕਰਦਾ। ਫਿਰ ਇਹਦੇ ਮਨ ਵਿੱਚ ਖਿਆਲ ਆਇਆ ਬਈ ਮੈਂ ਆਪਣੇ ਪੀਰ ਨੂੰ ਹੀ ਜਾ ਕੇ ਪੁੱਛਾਂਗਾ ਬਈ ਪਾਤਾਲ ਤੇ ਆਕਾਸ਼ ਕਿੰਨੇ ਨੇ। ਕੁਝ ਸਮਾਂ ਜਦੋਂ ਬੈਠੇ ਨੂੰ ਹੋਇਆ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਤੋਂ ਉਪਰੰਤ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕਰ ਦਿੱਤਾ। ਅੰਮ੍ਰਿਤ ਵੇਲਾ ਸੀ। ਜਦੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ, ਨਾਲ ਭਾਈ ਮਰਦਾਨੇ ਨੇ ਰਬਾਬ ਵਜਾਈ। ਐਸਾ ਰੰਗ ਵੱਜਿਆ, ਹੁਣ ਜਿਹੜਾ ਇਹ ਦਸਤਗੀਰ ਪੀਰ ਦਾ ਮੁਰੀਦ ਸੀ, ਇਹ ਬਹੁਤ ਬੇਚੈਨ ਤੇ ਪਰੇਸ਼ਾਨ ਹੋਇਆ। ਉਹਦਾ ਕਾਰਨ ਇਹ ਸੀ, ਇਸਲਾਮ ਧਰਮ ਦੇ ਵਿੱਚ ਕਿਸੇ ਵੀ ਧਾਰਮਿਕ ਵਿਅਕਤੀ ਨੂੰ ਸੰਗੀਤ ਦਾ ਪ੍ਰਯੋਗ ਕਰਨਾ ਸਖਤ ਮਨਾਹੀ ਸੀ। ਹੁਣ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਸਾ ਰਾਗ ਦੇ ਵਿੱਚ ਆਸਾ ਜੀ ਦੀ ਵਾਰ ਦਾ ਕੀਰਤਨ ਸ਼ੁਰੂ ਕੀਤਾ ਹੈ। ਆਨੰਦ ਤੇ ਇਸ ਨੂੰ ਵੀ ਬੜਾ ਆਇਆ, ਪਰ ਹੁਣ ਇਹਦਾ ਮਨ ਬੇਚੈਨ ਸੀ। ਇਹਦਾ ਧਰਮ ਇਹਨੂੰ ਸੁਣਨ ਲਈ ਆਗਿਆ ਨਹੀਂ ਸੀ ਦੇ ਰਿਹਾ। ਇਸ ਲਈ ਇਹ ਦੌੜਿਆ ਦੌੜਿਆ ਆਪਣੇ ਪੀਰ ਦੇ ਕੋਲ ਚਲਿਆ ਗਿਆ ਤੇ ਜਾ ਕੇ ਇਸ ਨੇ ਸ਼ਿਕਾਇਤ ਕੀਤੀ। ਕਹਿਣ ਲੱਗਾ, ਪੀਰ ਸਾਹਿਬ, ਮੈਂ ਤੁਹਾਡੇ ਚਰਨਾਂ ਦੇ ਵਿੱਚ ਰਿਕੁਐਸਟ ਕਰਦਾ ਹਾਂ, ਬੇਨਤੀ ਕਰਦਾ ਹਾਂ, ਬਗਦਾਦ
ਮੁਸਲਮਾਨਾਂ ਦਾ ਸ਼ਹਿਰ ਹੈ, ਜਿੱਥੇ ਤੁਹਾਡੇ ਵਰਗੇ ਪੀਰਾਂ ਦਾ ਹੁਕਮ ਚੱਲਦਾ ਹੈ। ਮੈਂ ਇਸ ਗੱਲ ਤੇ ਹੈਰਾਨ ਹਾਂ। ਅੱਜ ਮੈਂ ਅੰਮ੍ਰਿਤ ਵੇਲੇ ਬਾਹਰ ਗਿਆ, ਕੀ ਦੇਖਿਆ, ਉੱਥੇ ਕੋਈ ਹਿੰਦੁਸਤਾਨ ਦੇ ਫਕੀਰ, ਕੋਈ ਮਹਾਂਪੁਰਖ, ਕੋਈ ਸਾਧੂ ਆਏ ਹੋਏ ਨੇ ਔਰ ਉਹਨਾਂ ਨੇ ਅੰਮ੍ਰਿਤ ਵੇਲੇ ਇੱਕ ਐਸੀ ਕਲਾਮ ਪੜ੍ਹੀ, ਐਸੀ ਬਾਣੀ ਪੜ੍ਹੀ ਜਿਹਦੇ ਵਿੱਚ ਉਹਨਾਂ ਨੇ ਰੱਜ ਕੇ ਝੂਠ ਬੋਲਿਆ। ਪੀਰ ਇਹ ਗੱਲ ਸੁਣ ਕੇ ਬੜਾ ਹੈਰਾਨ ਹੋਇਆ, ਪੁੱਛਣ ਲੱਗਿਆ, ਅੱਛਾ ਉਹਨਾਂ ਨੇ ਕੀ ਆਖਿਆ ਸੀ? ਤਾਂ ਉਸਨੇ ਬਾਣੀ ਤੇ ਉਸ ਨੂੰ ਯਾਦ ਨਹੀਂ ਸੀ, ਪਰ ਉਸ ਦਾ ਅਰਥ ਜਿੰਨਾ ਕੁ ਉਸ ਨੂੰ ਸਮਝ ਲੱਗਿਆ ਦੱਸ ਦਿੱਤਾ। ਬਈ ਉਹ ਇਹ ਗੱਲ ਕਹਿ ਰਹੇ ਸਨ ਬਈ ਲੱਖਾਂ ਹੀ ਪਾਤਾਲ ਤੇ ਲੱਖਾਂ ਹੀ ਆਕਾਸ਼ ਨੇ। ਪੀਰ ਹੈਰਾਨ ਹੋਇਆ, ਅੱਛਾ ਉਹ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਦੱਸਦੇ ਨੇ? ਹਾਂ ਮਹਾਰਾਜ, ਮੈਂ ਆਪ ਸੁਣ ਕੇ ਆਇਆ। ਦੂਸਰੀ ਗੱਲ ਉਸਨੇ ਇਹ ਵੀ ਆਖੀ ਕਿ ਤੁਹਾਡੇ ਹੁੰਦਿਆਂ ਹੋਇਆਂ ਤੁਹਾਡੇ ਹੁਕਮ ਦੀ ਆਦੂਲੀ ਹੋ ਰਹੀ ਹੈ। ਤੁਸਾਂ ਤੇ ਧਰਮ ਅਸਥਾਨ ਤੇ ਸੰਗੀਤ ਨੂੰ, ਮਿਊਜ਼ਿਕ ਨੂੰ ਮਨ੍ਹਾ ਕੀਤਾ ਹੈ, ਪਰ ਉਹਨਾਂ ਨੇ ਅੱਜ ਅੰਮ੍ਰਿਤ ਵੇਲੇ ਬੜੀ ਸੁੰਦਰ ਆਵਾਜ਼ ਦੇ ਵਿੱਚ ਰਬਾਬ ਦੇ ਨਾਲ ਕੀਰਤਨ ਗਾਵੇ ਹੈ। ਤੇ ਮੈਂ ਇਸ ਗੱਲ ਤੇ ਹੈਰਾਨ ਹਾਂ, ਜਾਂ ਤੇ ਉਸ ਨੂੰ ਪਤਾ ਨਹੀਂ ਜੋ ਕੁਛ ਉਹ ਕਰ ਰਿਹਾ ਹੈ। ਦੂਸਰੀ ਗੱਲ ਇਹ, ਜੇ ਉਸਨੇ ਤੁਹਾਡੇ ਹੁਕਮ ਦੀ ਉਲੰਘਣਾ ਕੀਤੀ ਹੈ ਤੇ ਉਸ ਨੂੰ ਸਜ਼ਾ ਦਿੱਤੀ ਜਾਵੇ। ਜਦੋਂ ਇਹ ਗੱਲ ਪੀਰ ਨੇ ਸੁਣੀ, ਪੀਰ ਵੀ ਬੜਾ ਮੁਤੱਸਬੀ ਸੀ, ਉਹਨੂੰ ਆਪਣੀਆਂ ਸ਼ਕਤੀਆਂ ਦਾ, ਕਰਾਮਾਤਾਂ ਦਾ ਮਾਣ ਸੀ। ਦੂਸਰਾ, ਮੁਸਲਮਾਨਾਂ ਦਾ ਜ਼ੋਰ ਬੜਾ ਸੀ। ਇਸ ਨੇ ਸਾਰੇ ਮੁਸਲਮਾਨਾਂ ਨੂੰ ਬੁਲਾਇਆ, ਮੀਟਿੰਗ ਕੀਤੀ ਔਰ ਉਹਨਾਂ ਸਾਰਿਆਂ ਨੂੰ ਇਸ ਨੇ ਆਪਣੇ ਵੱਲੋਂ ਇਹ ਵਿਚਾਰ ਦਿੱਤੇ। ਕਹਿਣ ਲੱਗਾ, ਸਾਡੇ ਸ਼ਹਿਰ ਦੇ ਵਿੱਚ ਕੋਈ ਹਿੰਦੀ ਫਕੀਰ ਆਇਆ ਹੈ, ਕੋਈ ਹਿੰਦੁਸਤਾਨ ਦਾ ਮਹਾਂਪੁਰਖ ਆਇਆ ਹੈ, ਉਸ ਨੇ ਇੱਕ ਬਹੁਤ ਵੱਡਾ ਕੁਫਰ ਤੋਲਿਆ ਹੈ। ਤੇ ਦੂਸਰਾ, ਸਾਡੇ ਇਸਲਾਮ ਧਰਮ ਦੇ ਖਿਲਾਫ ਉਸਨੇ ਸੰਗੀਤ ਤੇ ਮਿਊਜ਼ਿਕ ਵਜਾਇਆ ਹੈ। ਇਹਦੀ ਉਸ ਨੂੰ ਕੀ ਸਜ਼ਾ ਦਿੱਤੀ ਜਾਵੇ? ਜਿਹੜੇ ਕਾਜੀ ਮੁਲਾਣੇ ਸਨ, ਬੜੇ ਕੱਟੜ ਸਨ, ਉਹਨਾਂ ਨੇ ਆਖਿਆ, ਪੀਰ ਸਾਹਿਬ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਤਾਂ ਉਸ ਵੇਲੇ ਇਹ ਫੈਸਲਾ ਹੋਇਆ, ਇਹ ਫਤਵਾ ਸੁਣਾਇਆ ਗਿਆ ਵੀ ਉਸ ਫਕੀਰ ਨੂੰ ਜਿਸਨੇ ਏਡਾ ਵੱਡਾ ਕੁਫਰ ਤੋਲਿਆ ਤੇ ਨਾਲ ਹੀ ਸਾਡੇ ਇਸਲਾਮ ਧਰਮ ਦੇ ਸਿਧਾਂਤ ਦੀ ਜਿਸਨੇ ਤੌਹੀਨ ਕੀਤੀ ਹੈ, ਤੇ ਉਸ ਨੂੰ ਸੰਗਸਾਰ ਕੀਤਾ ਜਾਵੇ। ਸੰਗਸਾਰ ਇੱਕ ਉਹ ਸਜ਼ਾ ਸੀ ਬਈ ਪੱਥਰ ਮਾਰ ਮਾਰ ਕੇ ਕਿਸੇ ਨੂੰ ਹਲਾਕ ਕਰ ਦੇਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਹ ਸਜ਼ਾ ਸੁਣਾਈ ਗਈ। ਹੁਣ ਜਿੰਨਾ ਵੀ ਮੁਲਖਈਆ ਸੀ, ਬਗਦਾਦ ਸ਼ਹਿਰ ਦੇ ਮੁਸਲਮਾਨ ਸਨ, ਤੇ ਉਹਨਾਂ ਨੂੰ ਪੀਰ ਸਾਹਿਬ ਵੱਲੋਂ ਵੀ ਹੁਕਮ ਮਿਲ ਚੁੱਕਿਆ ਸੀ ਤੇ ਕਾਜੀ ਮੁਲਾਣਿਆਂ ਵੱਲੋਂ ਵੀ ਫਤਵਾ ਪੜ੍ਹ ਕੇ ਸੁਣਾ ਦਿੱਤਾ ਗਿਆ ਸੀ। ਔਰ ਉਹ ਸਾਰੇ ਦੇ ਸਾਰੇ ਪੱਥਰ ਚੁੱਕ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੱਲ ਨੂੰ ਆਏ। ਇਤਿਹਾਸ ਦੱਸਦਾ ਹੈ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਪਾ ਕੇ ਅਰਦਾਸ ਕਰਕੇ ਹਟੇ ਸਨ, ਤੇ ਉਸ ਵੇਲੇ ਇਹ ਜਿੰਨਾ ਵੀ ਤੁਰਕਾਨਾ ਸੀ, ਮੁਲਖਈਆ ਸੀ, ਚੜ੍ਹ ਕੇ ਗੁਰੂ ਮਹਾਰਾਜ ਤੇ ਆਇਆ। ਅਲੀ ਅਲੀ ਕਰਦੇ ਸਾਰੇ ਹੀ ਇੱਕੋ ਹੀ ਆਵਾਜ਼ ਦੇ ਵਿੱਚ ਗੁਰੂ ਮਹਾਰਾਜ ਤੇ ਹਮਲਾ ਕਰਨਾ ਚਾਹੁੰਦੇ ਨੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਰਦਾਸ ਕਰਨ ਤੋਂ ਬਾਅਦ ਜੈਕਾਰਾ ਛੱਡਿਆ, ਜਿਹੜਾ ਸਾਡਾ ਕੌਮੀ ਨਾਅਰਾ ਵੀ ਹੈ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਜਦੋਂ ਗੁਰੂ ਮਹਾਰਾਜ ਨੇ ਇਹ ਸ਼ਬਦ ਉਚਾਰਨ ਕੀਤਾ ਤੇ ਕਹਿੰਦੇ ਨੇ ਉਸ ਜੈਕਾਰੇ ਦਾ ਇਹ ਅਸਰ ਹੋਇਆ,
ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨ। ਜਿੱਥੇ ਖੜੇ ਸਨ ਸਾਰੇ ਉੱਥੇ ਹੀ ਜੜ ਹੋ ਗਏ। ਕਿਸੇ ਵਿੱਚ ਹਿੱਲਣ ਦੀ, ਤੁਰਨ ਦੀ, ਕੁਛ ਕਰਨ ਦੀ ਸਮਰੱਥਾ ਨਹੀਂ ਰਹੀ, ਕਿਉਂਕਿ ਗੁਰੂ ਮਹਾਰਾਜ ਤੇ ਚੜ੍ਹ ਕੇ ਆਏ ਸਨ ਤੇ ਗੁਰੂ ਮਹਾਰਾਜ ਤੇ ਹਮਲਾ ਕਰਨਾ ਚਾਹੁੰਦੇ ਸਨ। ਗੁਰੂ ਮਹਾਰਾਜ ਨੂੰ ਪੱਥਰ ਮਾਰ ਕੇ ਹਲਾਕ ਕਰਨਾ ਚਾਹੁੰਦੇ ਸਨ। ਜਦੋਂ ਗੁਰੂ ਮਹਾਰਾਜ ਨੇ ਜੈਕਾਰਾ ਛੱਡਿਆ ਤੇ ਇਹਨਾਂ ਦੀ ਕੋਈ ਪੇਸ਼ ਨਾ ਜਾਵੇ, ਆਖੀਰ ਦਸਤਗੀਰ ਪੀਰ ਨੂੰ ਪਤਾ ਲੱਗਿਆ, ਔਰ ਉਹ ਵੀ ਬੜਾ ਕਰਾਮਾਤੀ ਸੀ। ਉਸ ਨੇ ਆਪਣੀ ਕਰਾਮਾਤ ਦੀ ਸ਼ਕਤੀ ਨਾਲ ਇਹਨਾਂ ਦੀ ਜੜਤਾ ਨੂੰ ਦੂਰ ਕਰਕੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਫਿਰ ਦੁਬਾਰਾ ਹਮਲਾ ਕਰਨਾ ਚਾਹਿਆ, ਪਰ ਇਹ ਕਾਮਯਾਬ ਨਾ ਹੋ ਸਕਿਆ। ਫਿਰ ਇਹਨੂੰ ਇਸ ਗੱਲ ਦਾ ਗਿਆਨ ਹੋਇਆ ਬਈ ਜੇ ਮੇਰੇ ਵਿੱਚ ਕਰਾਮਾਤਾਂ ਨੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵਿੱਚ ਵੀ ਕਿਸੇ ਗੱਲ ਦੀ ਕਮੀ ਨਹੀਂ ਹੈ। ਇਸ ਲਈ ਹੁਣ ਇਹਨਾਂ ਦੇ ਉੱਤੇ ਹਮਲਾ ਤੇ ਕੀਤਾ ਨਹੀਂ ਜਾ ਸਕਦਾ। ਹਾਂ, ਹੁਣ ਇਹਨਾਂ ਦੇ ਨਾਲ ਬੈਠ ਕੇ ਆਪਾਂ ਚਰਚਾ ਕਰ ਸਕਦੇ ਹਾਂ, ਸਵਾਲ ਜਵਾਬ ਕਰ ਸਕਦੇ ਹਾਂ। ਔਰ ਕਹਿੰਦੇ ਨੇ ਉਸ ਪੀਰ ਨੇ ਆ ਕੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਕੋਈ ਸਵਾਲ ਜਵਾਬ ਕੀਤੇ। ਪਹਿਲਾ ਸਵਾਲ ਪੀਰ ਦਾ ਇਹ ਸੀ, ਮੈਂ ਸੁਣਿਆ ਹੈ ਤੁਸੀਂ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ਾਂ ਦੀ ਗੱਲ ਆਖੀ ਹੈ। ਮੇਰੇ ਮੁਰੀਦ ਨੇ ਇਸ ਬਾਰੇ ਮੈਨੂੰ ਦੱਸਿਆ ਹੈ। ਤੁਸੀਂ ਕੋਈ ਅੰਮ੍ਰਿਤ ਵੇਲੇ ਇਹੋ ਜਿਹੀ ਕਲਾਮ ਪੜ੍ਹ ਰਹੇ ਸੀ ਜਿਸ ਦੇ ਵਿੱਚ ਲੱਖਾਂ ਪਾਤਾਲਾਂ ਤੇ ਲੱਖਾਂ ਆਕਾਸ਼ਾਂ ਦਾ ਜ਼ਿਕਰ ਸੀ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਹਾਂ, ਇਹ ਜਿਹੜੀ ਬਾਣੀ ਹੈ ਅਸੀਂ ਪੜ੍ਹ ਰਹੇ ਹਾਂ, ਇਹ ਧੁਰ ਕੀ ਬਾਣੀ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪੀਰ ਸਾਹਿਬ ਇਸ ਗੱਲ ਨੂੰ ਯਕੀਨਨ ਤੌਰ ਤੇ ਸਮਝ ਲਓ, ਜਿਹੜੀ ਬਾਣੀ ਅਸੀਂ ਰਸਨਾ ਤੋਂ ਉਚਾਰਨ ਕਰਦੇ ਹਾਂ, ਇਹ ਮੇਰਾ ਵਾਹਿਗੁਰੂ ਹੀ ਉਸ ਬਾਣੀ ਨੂੰ ਆਪ ਸਾਡੇ ਵਿੱਚ ਭੇਜਦਾ ਹੈ। ਅਸੀਂ ਵਾਹਿਗੁਰੂ ਦੀ ਬਾਣੀ ਹੀ ਰਸਨਾ ਤੋਂ ਉਚਾਰਨ ਕਰਦੇ ਹਾਂ। ਉਹ ਵਾਹਿਗੁਰੂ, ਉਹ ਖੁਦਾ, ਉਹ ਅੱਲਾਹ ਤਾਲਾ ਕਦੇ ਝੂਠ ਨਹੀਂ ਬੋਲਦਾ। ਇਸ ਲਈ ਜੋ ਬਾਣੀ ਅਸਾਂ ਉਚਾਰਨ ਕੀਤੀ ਹੈ, ਇਹ ਮੇਰੇ ਮਾਲਕ ਦੀ ਬਾਣੀ ਹੈ, ਖਸਮ ਦੀ ਬਾਣੀ ਹੈ। ਇਹਦੇ ਵਿੱਚ ਰਤਾ ਜਿੰਨਾ ਵੀ ਕੋਈ ਝੂਠ ਨਹੀਂ ਹੈ। ਇਹ ਗੱਲ ਸੁਣਨ ਤੋਂ ਬਾਅਦ ਪੀਰ ਨੇ ਦੂਜਾ ਸਵਾਲ ਕੀਤਾ, ਸਾਡੇ ਹਜ਼ਰਤ ਮੁਹੰਮਦ ਸਾਹਿਬ ਨੇ ਕੇਵਲ 14 ਤਬਕਾਂ ਦਾ ਹੀ ਜ਼ਿਕਰ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿੰਨੀ ਸਮਝ ਉਹਨਾਂ ਨੂੰ ਸੀ, ਉਹਨਾਂ ਨੇ ਆਪਣੀ ਸਮਝ ਦੇ ਮੁਤਾਬਕ ਜੋ ਕੁਝ ਆਖਿਆ ਉਹ ਵੀ ਠੀਕ ਹੈ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਸੇ ਦੇ ਸਿਧਾਂਤ ਨੂੰ ਕੱਟਣਾ ਨਹੀਂ ਸਨ ਚਾਹੁੰਦੇ। ਪੀਰ ਨੇ ਅੱਗੋਂ ਫਿਰ ਸਵਾਲ ਕੀਤਾ, ਕਹਿਣ ਲੱਗਾ, ਜਾਂ ਤੇ ਤੁਹਾਡੀ ਗੱਲ ਸਹੀ ਮੰਨੀ ਜਾ ਸਕਦੀ ਹੈ ਤੇ ਜਾਂ ਫਿਰ ਅਸੀਂ ਆਪਣੇ ਹਜ਼ਰਤ ਸਾਹਿਬ ਦੀ ਗੱਲ ਨੂੰ ਸਹੀ ਮੰਨ ਸਕਦੇ ਹਾਂ। ਇਹਨਾਂ ਦੋਹਾਂ ਚੋਂ ਸੱਚ ਕੀ ਹੈ ਤੇ ਝੂਠ ਕੀ ਹੈ, ਇਸ ਗੱਲ ਦਾ ਨਿਰਣਾ ਕਰੋ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਪੀਰ ਦੀ ਇਸ ਚਤਰਾਈ ਦੇ ਸਾਹਮਣੇ ਇਹੀ ਜਵਾਬ ਦਿੱਤਾ। ਕਹਿਣ ਲੱਗੇ, ਪੀਰ ਸਾਹਿਬ, ਜੋ ਕੁਝ ਤੁਹਾਡੇ ਹਜ਼ਰਤ ਮੁਹੰਮਦ ਸਾਹਿਬ ਨੇ ਆਖਿਆ ਉਹ ਵੀ ਸੱਚ ਹੈ, ਜੋ ਕੁਝ ਅਸਾਂ ਆਖਿਆ ਉਹ ਵੀ ਸੱਚ ਹੈ। ਪੀਰ ਕਹਿਣ ਲੱਗਾ, ਦੋਵੇਂ ਗੱਲਾਂ ਸੱਚ ਕਿਵੇਂ ਨੇ? ਸਤਿਗੁਰੂ ਨੇ ਆਖਿਆ, ਇੱਕ ਪਹਿਲੀ ਕਲਾਸ ਦਾ ਵਿਦਿਆਰਥੀ ਹੈ ਜਾਂ ਪ੍ਰਾਇਮਰੀ ਸਕੂਲ ਦਾ ਵਿਦਿਆਰਥੀ ਹੈ, ਜੇ ਉਸ ਦੇ ਪਾਸ ਕੋਈ BA MA ਦੇ ਸਵਾਲ ਕਰ ਦਈਏ, ਉਹ ਵਿਦਿਆਰਥੀ ਕਿਵੇਂ ਉਹਦੇ ਜਵਾਬ ਦੇ ਸਕਦਾ ਹੈ? ਛੋਟੇ ਬੱਚੇ ਦੇ ਸਵਾਲ ਛੋਟੇ ਹੁੰਦੇ ਨੇ, ਵੱਡੇ ਵਿਦਿਆਰਥੀਆਂ ਦੇ ਸਵਾਲ ਕੁਛ ਵੱਡੇ ਹੁੰਦੇ ਨੇ। ਇਸ ਲਈ ਜੋ ਕੁਝ ਹਜ਼ਰਤ ਮੁਹੰਮਦ ਸਾਹਿਬ ਨੂੰ ਵਾਹਿਗੁਰੂ ਨੇ ਗਿਆਨ ਬਖਸ਼ਿਆ, ਉਹਦੇ ਆਧਾਰ ਤੇ ਉਹਨਾਂ ਨੇ ਜੋ ਕੁਝ ਆਖਿਆ ਉਹ ਵੀ ਠੀਕ ਹੈ। ਬੱਚਿਆਂ ਦੇ ਸਵਾਲ ਛੋਟੇ ਹੁੰਦੇ ਨੇ, ਪਰ ਜੋ ਉਹ ਜਵਾਬ ਦਿੰਦੇ ਨੇ ਉਹ ਸਹੀ ਹੁੰਦਾ। ਜਿਨ੍ਹਾਂ ਦੇ ਕੋਲੇ ਪੜ੍ਹਾਈ ਵਿਦਿਆ ਵਧੇਰੇ ਹੁੰਦੀ ਹੈ, ਵਿਦਵਾਨਾਂ ਦੇ ਸਵਾਲ ਵੀ ਵੱਡੇ ਹੁੰਦੇ ਨੇ।
ਇਸ ਲਈ ਉਹਨਾਂ ਦੇ ਜਵਾਬ ਵੱਡੇ ਲੋਕ ਹੀ ਦੇ ਸਕਦੇ ਨੇ। ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਪੀਰ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਝੁਕਣਾ ਪਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ ਬੜੇ ਸੋਹਣੇ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਹੈ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਇਹ ਜਿਹੜੀ ਦਿੱਤੀ ਬਾਂਗ ਨਿਵਾਜ ਕਰ, ਇਹ ਜਿਹੜਾ ਸ਼ਬਦ ਹੈ ਨਾ, ਇਹਦਾ ਮਤਲਬ ਇਹ ਸੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਦੇ ਅੰਦਰ ਜਿਹੜਾ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੈ ਔਰ ਇਸ ਨੂੰ ਬੰਦਗੀ ਤੇ ਨਵਾਜ਼ ਦਾ ਨਾਮ ਦਿੱਤਾ ਹੈ। ਫਿਰ ਜਦੋਂ ਆਪਾਂ ਅਰਦਾਸ ਕਰਕੇ ਜੈਕਾਰਾ ਛੱਡਦੇ ਹਾਂ, ਮੁਸਲਮਾਨ ਉੱਚੀ ਬਾਂਗ ਦਿੰਦੇ ਸਨ ਤੇ ਗੁਰੂ ਮਹਾਰਾਜ ਨੇ ਸਿੱਖਾਂ ਨੂੰ ਜੈਕਾਰਾ ਬਖਸ਼ਿਆ। ਇੱਥੇ ਕੋਈ ਮੁਸਲਮਾਨਾਂ ਦੀ ਨਵਾਜ਼ ਤੇ ਬਾਂਗ ਦਾ ਜ਼ਿਕਰ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਪੜ੍ਹ ਕੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਕੇ ਅਰਦਾਸ ਕੀਤੀ, ਦਿੱਤੀ ਬਾਂਗ ਨਿਵਾਜ ਕਰ, ਤੇ ਸਤਿ ਸ੍ਰੀ ਅਕਾਲ ਦਾ ਜੈਕਾਰਾ ਬੁਲਾਇਆ। ਉਹਦਾ ਅਸਰ ਇਹ ਹੋਇਆ, ਸੁਨ ਸਮਾਨ ਹੋਆ ਜਹਾਨਾ। ਤੇ ਜਿਤਨਾ ਵੀ ਮੁਲਖਈਆ ਚੜ੍ਹ ਕੇ ਆਇਆ ਸੀ, ਹਜ਼ਾਰਾਂ ਮੁਸਲਮਾਨ, ਉਹ ਸਾਰੇ ਦੇ ਸਾਰੇ ਸੁਨ ਜੜ ਹੋ ਗਏ। ਉਹਨਾਂ ਦੇ ਸਰੀਰ ਮੂਰਤੀਆਂ ਪੱਥਰ ਦੇ ਬੁੱਤ ਬਣ ਗਏ। ਸੁਨ ਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ। ਸਾਰੀ ਬਗਦਾਦ ਨਗਰੀ ਉਹ ਵੀ ਸਾਰੀ ਜੜ ਹੋ ਗਈ, ਉਹ ਵੀ ਪੱਥਰ ਦੀਆਂ ਮੂਰਤੀਆਂ ਬਣ ਗਈ। ਇਹ ਐਸੀ ਸ਼ਕਤੀ ਨੂੰ ਵੇਖ ਕੇ ਪੀਰ ਹੈਰਾਨ ਹੋਇਆ, ਕਿਉਂਕਿ ਪੀਰ ਵਿੱਚ ਵੀ ਕਰਾਮਾਤ ਸੀ। ਵੇਖਿਆ ਧਿਆਨ ਲਗਾਏ ਕਰ, ਇੱਕ ਫਕੀਰ ਵੱਡਾ ਮਸਤਾਨਾ। ਫਿਰ ਉਸਨੇ ਧਿਆਨ ਲਾ ਕੇ ਦੇਖਿਆ ਵੀ ਉਹ ਜਿਹੜਾ ਫਕੀਰ ਹੈ ਜਿਸ ਉੱਤੇ ਲੋਕ ਚੜ੍ਹ ਕੇ ਗਏ ਸਨ, ਉਹਦੇ ਵਿੱਚ ਕਿੰਨੀ ਕਰਾਮਾਤ ਹੈ। ਪੀਰ ਨੇ ਧਿਆਨ ਦੇ ਨਾਲ ਇਸ ਗੱਲ ਨੂੰ ਵੇਖਿਆ ਵੀ ਇਹ ਕੋਈ ਫਕੀਰ ਹੈ, ਵੱਡਾ ਮਸਤਾਨਾ, ਜੇ ਉਹ ਨਾਮ ਦੀ ਮਸਤੀ ਵਾਲਾ ਹੈ। ਕਿਉਂਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਮੇਸ਼ਾ ਲਈ ਨਾਮ ਦੇ ਅਮਲ ਦੇ ਵਿੱਚ ਹੀ ਖੀਵੇ ਰਹਿੰਦੇ ਸਨ। ਇਸੇ ਲਈ ਕਿਸੇ ਕਵੀ ਨੇ ਲਿਖਿਆ ਹੈ, ਗੁਰੂ ਮਹਾਰਾਜ ਨੇ ਸਾਰੇ ਸਿੱਖਾਂ ਨੂੰ ਹਰ ਕਿਸਮ ਦੇ ਨਸ਼ੇ ਵਰਜਿਤ ਕੀਤੇ ਨੇ। ਪੋਸ ਪੰਗ ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਨਾਮ ਦੀ ਖੁਮਾਰੀ ਗੁਰਸਿੱਖ ਨੂੰ ਹੋਣੀ ਚਾਹੀਦੀ ਹੈ। ਹੁਣ ਉਸ ਪੀਰ ਨੇ ਤੱਕਿਆ ਵੀ ਇੱਕ ਨਾਮ ਦੀ ਖੁਮਾਰੀ ਵਾਲਾ ਵੱਡਾ ਫਕੀਰ ਬੈਠਾ ਹੈ। ਫਿਰ ਉਸਨੇ ਆਪਣੇ ਹੋਰ ਮੁਰੀਦਾਂ ਤੋਂ ਪੁੱਛਿਆ ਫਿਰ ਕਹਿ ਦਸਤਗੀਰ, ਕੌਣ ਫਕੀਰ ਕਿਸ ਕਾ ਕਰਿਹਾਨਾ। ਵੀ ਇਹ ਫਕੀਰ ਕੌਣ ਹੈ, ਇਹਦਾ ਘਰਾਣਾ ਕੀ ਹੈ, ਕਿਸ ਖਾਨਦਾਨ ਦੇ ਵਿੱਚ ਪੈਦਾ ਹੋਇਆ ਹੈ। ਤਾਂ ਅੱਗੋਂ ਜਵਾਬ ਮਿਲਿਆ, ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ, ਤਰਤ ਆਕਾਸ਼ ਚਹੂੰ ਦਿਸ਼ ਜਾਨਾ। ਕਿਸੇ ਜਾਣਕਾਰਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਬਾਰੇ ਪੀਰ ਨੂੰ ਜਾਣਕਾਰੀ ਦਿੱਤੀ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਕਲਯੁਗ ਦੇ ਵਿੱਚ ਗੁਰੂ ਅਵਤਾਰ ਪ੍ਰਗਟ ਹੋ ਕੇ ਆਏ। ਰੱਬ ਫਕੀਰ ਇੱਕੋ ਪਹਿਚਾਨਾ। ਬਸ ਜਿਸ ਨੇ ਉਸ ਫਕੀਰ ਦੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰ ਲਏ, ਸਮਝ ਲਓ ਰੱਬ ਦੇ ਦਰਸ਼ਨ ਹੋ ਗਏ। ਰੱਬ ਤੇ ਫਕੀਰ ਦੇ ਵਿੱਚ, ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ ਹੈ। ਜਿਨ੍ਹਾਂ ਨੇ ਦਰਸ਼ਨ ਕੀਤੇ ਨਿਹਾਲ ਹੋ ਗਏ। ਤਰਤ ਆਕਾਸ਼ ਚਹੂੰ ਦਿਸ਼ ਜਾਨਾ। ਧਰਤੀ ਅੰਦਰ ਵੀ ਤੇ ਆਕਾਸ਼ ਦੇ ਅੰਦਰ ਵੀ, ਚਾਰੇ ਹੀ ਦਿਸ਼ਾ ਦੇ ਅੰਦਰ ਉਹਨਾਂ ਦਾ ਜਸ ਜਾਣਿਆ ਗਿਆ ਹੈ।